प्यारे प्यारे बच्चों सत श्री अकाल। अज मिति 3/10/2020 पंजाब अचीवमेंट सर्वे पैस सीट किन्नी भी 30 असी करन जा रहे हाँ। मेरी इक्को बेनती तुहाडे अगे है कि तुसी प्लीज़ पूरी वीडियो देखा करो ताकि सानू सही प्रश्नों के उत्तरों बारे पता लगे। जरूरी नहीं कि सानू यही उत्तर जो इत्थे ठीक किए गए हैं पूछे जान, अलग भी पूछ सकते हैं, ठीक है ना। क्योंकि इस बार जो पैस का रिजल्ट आया उहदे विच तुहाडे बहुत सारे प्रश्न की ने वो गलत जा रहे हैं। प्लीज़ तुसी इस बार आपां इदां नहीं करना। आपां मॉक दे विच अगले अक्तूबर दे विच 30/30 नंबर लैणे ने। हाँ जी देखते हैं। चलो आपां पहला पंजाबी का पैरा पढ़ रहे हैं। हाँ जी विशा पंजाबी। छज कानियां दीयां तीलां ते बांस नूं चमड़े दे धागे नाल बन्न के बनाया जाता है। खेती विच इस दी वरतों दाणियां दी कढ़ाई लई अते घरां विच इस दी वरतों कणक जां दाणे छट्टण लई कीती जांदी है। पुराने समय तो ही छज की वरतों विआहां विच कीती जांदी है। विआह समय छज भन्नना एक रस्म के तौर पर मनाया जाता है। विआह समय नानकिਆਂ ਅਤੇ ਦਾਦਕਿਆਂ ਵਿਚਕਾਰ ਬੋਲੀਆਂ ਦੇ ਮੁਕਾਬਲੇ ਹੁੰਦੇ ਹਨ। ਬੋਲੀਆਂ ਰਾਹੀਂ ਦੋਵੇਂ ਧਿਰਾਂ ਇੱਕ ਦੂਜੇ ਨੂੰ ਮਖੌਲ ਕਰਦੀਆਂ ਹਨ, ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਆਖਰ ਵਿੱਚ ਨਾਨਕਿਆਂ ਵੱਲੋਂ ਦਾਦਕਿਆਂ ਦੁਆਰਾ ਦਿੱਤੇ ਗਏ ਛੱਜ ਨੂੰ ਭੰਨਿਆ ਜਾਂਦਾ ਹੈ। ਹਾਲਾਂਕਿ ਦਾਦਕਿਆਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਛੱਜ ਟੁੱਟ ਨਾ ਸਕੇ, ਇਸ ਲਈ ਉਹ ਛੱਜ ਨੂੰ ਗਿੱਲਾ ਕਰਕੇ ਵੀ ਰੱਖਦੇ ਹਨ। ਇਸ ਤੋਂ ਭਾਵ ਹੈ ਕਿ ਦਾਦਕੇ ਨਹੀਂ ਚਾਹੁੰਦੇ ਕਿ ਨਾਨਕੇ ਜਿੱਤ ਸਕਣ। ਇਸ ਤਰ੍ਹਾਂ ਪਹਿਲਾਂ ਤੋਂ ਹੀ ਛੱਜ ਦੀ ਵਰਤੋਂ ਸਾਡੇ ਘਰਾਂ ਵਿੱਚ ਅਤੇ ਸਾਡੀਆਂ ਰਸਮਾਂ ਵਿੱਚ ਕੀਤੀ ਜਾਂਦੀ ਹੈ। ਹਾਂਜੀ ਬੱਚਿਓ, ਅੱਜ ਕੱਲ੍ਹ ਕੀ ਹੈ, ਇਹ ਰਿਵਾਜ ਆ ਜਿਹੜਾ ਛੱਜ ਤੋੜਨ ਦਾ ਸ਼ਹਿਰਾਂ ਦੇ ਵਿੱਚ ਕਾਫੀ ਘਟ ਗਿਆ ਅਤੇ ਪਿੰਡਾਂ ਦੇ ਵਿੱਚ ਵੀ, ਕਿਉਂਕਿ ਲੋਕ ਜ਼ਿਆਦਾ ਪੈਲਸਾਂ ਵਿੱਚ ਵਿਆਹ ਕਰਨ ਕਰਕੇ ਜ਼ਿਆਦਾ ਲੋਕ ਉੱਥੇ ਹੀ ਰਿਸ਼ਤੇਦਾਰ ਆਉਂਦੇ ਨੇ ਅਤੇ ਉੱਥੋਂ ਵਾਪਸ ਚਲੇ ਜਾਂਦੇ ਹਨ। ਪਰ ਇਹ ਜਿਹੜੀ ਰਸਮ ਹੈ ਇਹ ਬਹੁਤ ਹੀ ਵਧੀਆ ਰਸਮ ਹੈ ਅਤੇ ਇੱਥੇ ਗੀਤ ਗਾ ਕੇ ਇੱਕ ਦੂਸਰੇ ਨੂੰ ਹਰਾਇਆ ਜਾਂਦਾ ਹੈ। ਹਾਂਜੀ ਆਪਾਂ ਪ੍ਰਸ਼ਨ ਦੇਖਦੇ ਹਾਂ ਅਤੇ ਛੱਜ ਨੂੰ ਕੀ ਹੈ ਵੀ ਤੋੜਿਆ ਜਾਂਦਾ ਹੈ। ਪਹਿਲਾ ਪ੍ਰਸ਼ਨ ਹੈਗਾ ਹੈ, ਛੱਜ ਕਿਸ ਤੋਂ ਬਣਦਾ ਹੈ? ਹਾਂਜੀ ਲੱਕੜੀ ਤੋਂ, ਲੋਹੇ ਤੋਂ, ਕਾਨਿਆਂ ਦੀਆਂ ਤੀਲਾਂ ਤੋਂ ਬਣਦਾ ਹੈ। ਤੀਸਰਾ ਉੱਤਰ ਬਿਲਕੁਲ ਸਹੀ ਹੈ। ਦੂਸਰਾ ਪ੍ਰਸ਼ਨ, ਵਿਆਹ ਸਮੇਂ ਵੱਲੋਂ ਛੱਜ ਭੰਨਿਆ ਜਾਂਦਾ, ਕਿਹਨਾਂ ਵੱਲੋਂ ਬੱਚੋ? ਨਾਨਕਿਆਂ ਵੱਲੋਂ। ਦੂਸਰਾ ਉੱਤਰ ਸਹੀ ਹੈ। ਤੀਸਰਾ ਪ੍ਰਸ਼ਨ, ਛੱਜ ਨੂੰ ਭੰਨਣ ਤੋਂ ਕੀ ਭਾਵ ਹੈ? ਇਹਦਾ ਭਾਵ ਹੈ ਛੱਜ ਨੂੰ ਤੋੜਨਾ। ਛੱਜ ਭੰਨਣ ਤੋਂ ਭਾਵ ਕੀ ਹੈ? ਛੱਜ ਨੂੰ ਤੋੜਨਾ। ਇੱਕ ਰਸਮ ਹੈ, ਬਹੁਤ ਹੀ ਪਿਆਰੀ ਰਸਮ ਹੈ ਜਦੋਂ ਕਿ ਗੀਤ ਗਾ ਗਾ ਕੇ ਇਸ ਨੂੰ ਤੋੜਿਆ ਜਾਂਦਾ ਹੈ। ਪ੍ਰਸ਼ਨ ਚੌਥਾ, ਜਿਵੇਂ ਮੁਕਾਬਲਾ ਤੋਂ ਮੁਕਾਬਲੇ ਹੈ ਉਸ ਪ੍ਰਕਾਰ ਰਸਮ ਦਾ ਕੀ ਹੋਵੇਗਾ ਬੱਚੋ? ਰਸਮ ਤੋਂ ਭਾਵ ਹੋਵੇਗਾ ਰਸਮਾਂ। ਤਾਂ ਇਸ ਕਰਕੇ ਪਹਿਲਾ ਉੱਤਰ ਸਹੀ ਹੈ, ਰਸਮ ਤੋਂ ਰਸਮਾਂ ਹੋਏਗਾ। ਇਹ ਭਾਵ ਕਿ ਬਹੁਵਚਨ ਹੈ। ਪੰਜਵਾਂ ਪ੍ਰਸ਼ਨ, ਪਹਿਰੇ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ? ਪਿੰਡਾਂ ਬਾਰੇ, ਭਾਂਡਿਆਂ ਬਾਰੇ, ਛੱਜ ਬਾਰੇ। ਸਾਰੇ ਵਿਆਹ ਦੇ ਵਿੱਚ ਨਹੀਂ ਬੱਚੋ, ਪਹਿਰੇ ਦੇ ਵਿੱਚ ਛੱਜ ਬਾਰੇ ਗੱਲ ਕੀਤੀ ਗਈ ਹੈ। ਚਾਹੇ ਉਹ ਕੰਮ ਦੇ ਲਈ ਵਰਤਿਆ ਹੋਵੇ, ਚਾਹੇ ਉਹ ਵਿਆਹ ਦੇ ਛੱਜ ਬਾਰੇ ਹੋਵੇ ਗੱਲ ਕੀਤੀ ਹੋਵੇ, ਸਾਰੇ ਕਹੀਏ ਵੀ ਛੱਜ ਬਾਰੇ ਹੀ ਕਿਹਾ ਗਿਆ ਵੀ ਕਿਸ ਤੋਂ ਇਹ ਬਣਦਾ ਹੈ, ਕਿਹੜੀਆਂ ਕਿਹੜੀਆਂ ਰਸਮਾਂ ਦੇ ਵਿੱਚ ਕਿਹੜੇ ਕਿਹੜੇ ਕੰਮਾਂ ਲਈ ਇਹ ਵਰਤਿਆ ਜਾਂਦਾ ਹੈ। ਹਾਂਜੀ ਅਗਲਾ ਪ੍ਰਸ਼ਨ ਹੈਗਾ ਆਪਣਾ ਵਿਸ਼ਾ ਗਣਿਤ। ਹੇਠ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਹੜਾ ਚੱਕਰ ਹੈ? ਸਾਨੂੰ ਬਿਲਕੁਲ ਪਤਾ, ਸਾਡੇ ਬੱਚੇ ਦੇਖ ਕੇ ਦੱਸ ਸਕਦੇ ਨੇ ਕਿ ਇਹ ਕੀ ਇੱਕ ਚੱਕਰ ਹੈ। ਐੜਾ ਉੱਤਰ ਬਿਲਕੁਲ ਸਹੀ ਹੈ। ਦੂਸਰਾ ਪ੍ਰਸ਼ਨ, ਹੇਠਾਂ ਦਿਖਾਈ ਆਕ੍ਰਿਤੀ ਲਈ ਸਹੀ ਕਥਨ ਚੁਣੋ। ਹਾਂਜੀ ਬੱਚੋ, ਦੇਖ ਕੇ ਪਹਿਲਾਂ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਇਹ ਕਿ ਇੱਕ ਤ੍ਰੈਭੁਜ ਨੂੰ ਤਿਕੋਣ ਵੀ ਕਹਿੰਦੇ ਨੇ, ਇੰਗਲਿਸ਼ ਨੂੰ ਟਰਾਇੰਗਲ ਬੋਲਦੇ ਨੇ। ਇਸ ਦੇ 3 ਕੋਣ ਹੁੰਦੇ ਨੇ। ਜਦੋਂ ਦੋ ਕੀ ਹੈ ਵੀ ਰੇਖਾਵਾਂ ਕਹਿ ਸਕਦੇ ਆ, ਕਿਰਨਾਂ ਇੱਕ ਦੂਸਰੇ ਨੂੰ ਕੀ ਹੈ ਕਿਸੇ ਪੁਆਇੰਟ 'ਤੇ ਮਿਲਦੀਆਂ ਨੇ ਅਤੇ ਇਹਨੂੰ ਉੱਪਰ ਕੀ ਕਹਿੰਦੇ, ਜਿਹੜਾ ਬਾਹਰ ਹੁੰਦੇ ਨੇ ਸ਼ੀਰਸ਼ ਬੋਲਦੇ ਨੇ, ਠੀਕ ਹੈ ਨਾ। ਸਿਖਰ ਵੀ ਪੰਜਾਬੀ 'ਚ ਬੋਲਦੇ ਆ ਸਿਖਰ। ਇਹਦੇ 3 ਸਿਖਰ ਨੇ, 3 ਕੋਣ ਨੇ। ਇੱਕ ਇਹ ਕੋਣ ਹੋ ਗਿਆ ਅੰਦਰ, ਇੱਕ ਦੋ ਅੰਦਰਲਾ ਕੋਣ ਇਹ ਹੋ ਗਿਆ 2 ਅਤੇ ਅੰਦਰਲੇ ਕੀ ਹੈ ਤੀਸਰਾ ਕੋਣ। ਇੱਕ ਇਹ ਬਾਹਰਲਾ ਇਹਦਾ ਸਿਖਰ ਹੋ ਗਿਆ ਬੱਚੋ, ਇੱਕ ਇਹਨੂੰ ਕੀ ਇੱਕ ਇਹਦਾ ਸਿਖਰ ਇਹ ਹੋ ਗਿਆ ਅਤੇ ਇੱਕ ਸਿਖਰ ਹੋ ਗਿਆ ਇਹ। ਅਤੇ ਇਹਦੇ 3 ਸਿਖਰ ਨੇ, 3 ਭੁਜਾਵਾਂ ਨੇ ਅਤੇ 3 ਹੀ ਕੋਣ ਨੇ। ਹਾਂਜੀ ਇਸ ਕ੍ਰਿਤੀ ਦੀਆਂ 4 ਭੁਜਾਵਾਂ ਹਨ, ਬਿਲਕੁਲ ਗਲਤ ਹੈ ਕਿਉਂਕਿ 3 ਭੁਜਾਵਾਂ ਨੇ, 1 2 ਅਤੇ 3। ਇਸ ਕ੍ਰਿਤੀ ਦੇ 3 ਸਿਖਰ ਹਨ, ਬਿਲਕੁਲ ਸਹੀ ਹੈ 3 ਸਿਖਰ ਹਨ। ਇਹ ਇੱਕ ਵਰਗ ਹੈ, ਗਲਤ ਹੈ। ਇੱਕ ਚੱਕਰ ਹੈ ਵੀ ਗਲਤ ਹੈ ਕਿ ਇਹ ਵੀ ਇਸ ਆਕ੍ਰਿਤੀ ਦੇ 3 ਸਿਖਰ ਹਨ। ਇਹ ਐੜਾ ਉੱਤਰ ਸਹੀ ਹੈ।
अगला प्रश्न तीसरा, किहड़ी आकृति ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ? ਸਾਨੂੰ ਪਤਾ ਹੈ ਬੱਚੋ ਵਰਗ ਦੀਆਂ ਸਾਰੀਆਂ ਭੁਜਾਵਾਂ ਕੀ ਹੁੰਦੀਆਂ ਨੇ? ਬਰਾਬਰ ਹੁੰਦੀਆਂ ਨੇ। ਇਹਦੀਆਂ ਚਾਰ ਭੁਜਾਵਾਂ ਹਨ ਤੇ ਚਾਰੇ ਕੀ ਹੁੰਦੀਆਂ ਨੇ ਵੀ? ਬਰਾਬਰ ਹੁੰਦੀਆਂ ਨੇ ਤੇ ਚਾਰੇ ਕੋਣ 90-90 ਡਿਗਰੀ ਦੇ ਹੁੰਦੇ ਹਨ। ਅੱਗੇ ਚੌਥਾ ਪ੍ਰਸ਼ਨ ਹੈਗਾ, ਕਿਹੜੇ ਬਰਤਨ ਵਿੱਚ ਸਭ ਤੋਂ ਘੱਟ ਪਾਣੀ ਭਰਿਆ ਜਾ ਸਕਦਾ ਹੈ? ਸਾਨੂੰ ਪਤਾ ਹੈ ਜਿਹੜਾ ਕੀ ਹੈ ਬਰਤਨ ਛੋਟਾ ਦਿਖਾਈ ਦੇ ਰਿਹਾ ਸਾਨੂੰ, ਊੜਾ ਇੱਕ ਬੋਟਲ ਹੈ, ਬੋਤਲ ਹੈ, ਬੋਤਲ ਦੇ ਵਿੱਚ ਸਭ ਤੋਂ ਘੱਟ ਪਾਣੀ ਭਰਿਆ ਜਾ ਸਕਦਾ ਹੈ। ਤਿੰਨੇ ਸਾਰੇ ਕਿਨੇ ਅੱਗੇ ਅੱਗੇ ਵੱਡੇ ਵੱਡੇ ਬਰਤਨ ਹਨ। ਪੰਜਵਾਂ ਪ੍ਰਸ਼ਨ, ਭਾਰ ਤੋਲਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਸਾਨੂੰ ਪਤਾ ਬੱਚੇ ਮਾਪਣ ਲਈ ਲੀਟਰ ਕੀ ਹੈ, ਆਪਾਂ ਲੀਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੀ ਜਦੋਂ ਆਪਾਂ ਕੋਈ ਮੀਟਰਾਂ ਸੈਂਟੀਮੀਟਰਾਂ ਦੇ ਵਿੱਚ ਮਾਪਣਾ ਹੋਵੇ। ਇਹ ਟਾਈਮ ਦੱਸਣ ਵਾਸਤੇ ਅਤੇ ਭਾਰ ਤੋਲਣ ਵਾਸਤੇ ਕੀ ਹੈ ਤੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ। ਈਡੀ ਉੱਤਰ ਬਿਲਕੁਲ ਸਹੀ ਹੈ। ਅੱਗੇ ਚੱਲਦੇ ਹਾਂ ਅਸੀਂ ਇੰਗਲਿਸ਼ ਸਬਜੈਕਟ ਦੇ ਵੱਲ। ਹਾਂਜੀ, ਸਬਜੈਕਟ ਇੰਗਲਿਸ਼। ਕਮਲ ਹੈਜ਼ ਏ ਪੈਟ ਕਾਓ। ਕਮਲ ਕੋਲ ਇੱਕ ਪਾਲਤੂ ਗਊ ਹੈ, ਗਾਂ ਵੀ ਕਹਿ ਸਕਦੇ ਆਪ ਨੂੰ। ਇਟਸ ਨੇਮ ਇਜ਼ ਗੋਪੀ, ਇਸ ਦਾ ਨਾਮ ਗੋਪੀ ਹੈ। ਇਟ ਲਿਵਸ ਇਨ ਏ ਬਿਗ ਕਾਓ ਸ਼ੈਡ ਆਊਟਸਾਈਡ ਹਿਜ਼ ਹੋਮ। ਹਾਂਜੀ, ਇਟ ਲਿਵਸ ਇਨ ਏ ਬਿਗ ਕਾਓ ਸ਼ੈਡ, ਇੱਕ ਵੱਡੇ ਸਾਰੇ ਕੇ ਸ਼ੈੱਡ ਦੇ ਵਿੱਚ ਜਿਹੜੇ ਕਿ ਗਊਆਂ ਵਾਸਤੇ ਬਣਾਇਆ ਹੋਇਆ ਵੀ ਕਿੱਥੇ ਵੀ ਘਰ ਤੋਂ ਬਾਹਰ। ਆਊਟਸਾਈਡ ਹਿਜ਼ ਹੋਮ, ਉਸਦੇ ਘਰ ਤੋਂ ਜੋ ਕੀ ਹੈ ਵੀ ਇੱਕ ਵੱਡਾ ਸਾਰਾ ਸ਼ੈੱਡ ਬਣਾਇਆ ਹੋਇਆ ਗਊਆਂ ਲਈ, ਉਹਦੇ ਵਿੱਚ ਰਹਿੰਦੀ ਹੈ। ਕਮਲ ਲਵਸ ਗੋਪੀ ਵੈਰੀ ਮੱਚ। ਕਮਲ ਕੀ ਹੈ ਵੀ ਗਊ ਨੂੰ ਆਪਣੀ, ਉਹਦਾ ਨਾਮ ਕੀ ਹੈ ਗੋਪੀ, ਉਸ ਨੂੰ ਬਹੁਤ ਪਿਆਰ ਕਰਦੀ ਹੈ। ਕਰਦਾ ਹੈ ਵੀ ਕਰਦੀ ਹੈ, ਕਿਉਂਕਿ ਆਪਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਕੀ ਹੈ ਕਮਲ ਮੁੰਡਾ ਜਾਂ ਕੁੜੀ ਹੈ। ਹਾਂਜੀ, ਇਹ ਕਿ ਕਮਲ ਮੁੰਡਾ ਹੀ ਆ ਗਿਆ। ਹੀ ਫੀਡਸ ਗ੍ਰਾਸ ਟੂ ਗੋਪੀ। ਗ੍ਰਾਸ ਹੁੰਦਾ ਬੱਚੋ ਘਾਹ, ਹਰਾ ਘਾਹ। ਬਿਫੋਰ ਗੋਇੰਗ ਟੂ ਸਕੂਲ, ਹੀ ਉਹ ਭਾਵ ਕਮਲ ਨੂੰ ਕਿਹਾ ਗਿਆ ਵੀ ਕਮਲ ਉਸ ਨੂੰ ਕੀ ਹੈ ਸਕੂਲ ਜਾਣ ਤੋਂ ਪਹਿਲਾਂ ਘਾਹ ਕੀ ਹੈ ਪਾਉਂਦਾ ਹੈ, ਭਾਵ ਘਾਹ ਖਵਾਉਂਦਾ ਹੈ। ਆਪਾਂ ਕਹਿ ਸਕਦੇ ਹਾਂ ਭੋਜਨ ਦੇ ਰੂਪ ਵਿੱਚ ਉਸ ਨੂੰ ਕੀ ਹੈ ਘਾਹ ਖਵਾਉਂਦਾ ਹੈ, ਕਦੋਂ? ਸਕੂਲ ਜਾਣ ਤੋਂ ਪਹਿਲਾਂ। ਵੰਸ, ਇੱਕ ਦਿਨ ਗੋਪੀ ਫੈਲ ਸਿਕ। ਫੈਲ ਸਿਕ ਹੁੰਦਾ ਬਿਮਾਰ ਹੋਣਾ। ਇੱਕ ਦਿਨ ਗੋਪੀ ਬਿਮਾਰ ਪੈ ਗਈ ਜਾਂ ਹੋ ਗਈ। ਕਮਲ ਗॉट ਵੈਰੀ ਸੈਡ। ਕਮਲ ਬਹੁਤ ਉਦਾਸ ਹੋਇਆ। ਹੀ ਵੇਟਡ ਫਾਰ ਗੋਪੀ ਟੂ ਗੈਟ ਵੈਲ। ਉਹ ਇੰਤਜ਼ਾਰ ਕਰਨ ਲੱਗੇ ਕਿ ਗੋਪੀ ਜਲਦੀ ਠੀਕ ਹੋਵੇ। ਗੈਟ ਵੈਲ ਹੁੰਦਾ ਠੀਕ ਹੋਣਾ। ਸਲੋਲੀ ਗੋਪੀਜ਼ ਹੈਲਥ ਇੰਪਰੂਵਡ। ਹੌਲੀ ਹੌਲੀ ਕੀ ਹੈ ਵੀ ਗੋਪੀ ਜਿਹੜੀ ਤਬੀਅਤ ਸੀ, ਆਪਾਂ ਕਹਿੰਦੇ ਹਾਂ ਸਿਹਤ ਕੀ ਉਹ ਇੰਪਰੂਵ ਹੋ ਗਈ, ਭਾਵ ਠੀਕ ਹੋ ਗਈ। ਕਮਲ ਵਾਜ਼ ਵੈਰੀ ਹੈਪੀ ਫਾਰ ਹਿਜ਼ ਕਾਓ। ਕਮਲ ਆਪਣੀ ਗਊ ਦੇ ਲਈ ਬਹੁਤ ਖੁਸ਼ ਸੀ। ਫਸਟ ਕੁਐਸਚਨ ਹੈਗਾ, ਵੇਅਰ ਡਿਡ ਗੋਪੀ ਲਿਵ। ਗੋਪੀ ਕਿੱਥੇ ਰਹਿੰਦੀ ਸੀ ਵੀ? ਇਨ ਕਾਓ ਸ਼ੈਡ। ਇਨ ਕਾਓ ਸ਼ੈਡ ਦੇ ਵਿੱਚ ਉਹ ਰਹਿੰਦੀ ਸੀ। ਠੀਕ ਹੈ, ਆਨਸਰ ਕੀ ਹੈ? ਇਹ ਬਿਲਕੁਲ ਸਹੀ ਆਨਸਰ ਹੈ। ਸੈਕੰਡ ਕੁਐਸਚਨ, ਕਮਲ ਫੀਡਸ ਗ੍ਰਾਸ ਟੂ ਹਿਜ਼ ਪੈਟ। ਆਪਣੇ ਪਾਲਤੂ ਪਸ਼ੂ ਨੂੰ। ਹਿਜ਼ ਕਾਓ ਆਪਣੀ ਗਊ ਨੂੰ। ਗੋਪੀ ਨੂੰ, ਇਹ ਵੀ ਠੀਕ ਹੈ ਬੱਚੋ, ਸਾਰੇ ਕੁਐਸਚਨ ਠੀਕ ਨੇ। ਇਨ ਹਿਜ਼ ਪੈਟ ਵੀ ਕਹਿ ਸਕਦੇ ਹਾਂ, ਹਿਜ਼ ਕਾਓ ਵੀ ਕਹਿ ਸਕਦੇ ਹਾਂ, ਗੋਪੀ ਵੀ ਕਹਿ ਸਕਦੇ ਹਾਂ, ਅਤੇ ਸਾਰਾ ਕੁਛ ਆ ਸਕਦਾ। ਆਲ ਦੀਜ਼ ਕੁਐਸਚਨਸ ਆਰ ਰਾਈਟ, ਸੋ ਡੀ ਆਨਸਰ ਇਜ਼ ਰਾਈਟ ਆਨਸਰ। ਠੀਕ ਹੈ। ਥਰਡ ਕੁਐਸਚਨ, ਚੂਜ਼ ਦ ਇਨਕੋਰੈਕਟ ਸਟੇਟਮੈਂਟ। ਕਮਲ ਲਵਸ ਗੋਪੀ ਵੈਰੀ ਮੱਚ। ਕਮਲ ਆਪਣੀ ਗੋਪੀ ਗਾਂ ਨੂੰ ਕੀ ਬਹੁਤ ਪਿਆਰ ਕਰਦਾ ਹੈ। ਵੰਸ ਗੋਪੀ ਫੈਲ ਸਿਕ। ਇੱਕ ਦਿਨ ਜਿਹੜੀ ਗਾਂ ਹੈ ਗੋਪੀ ਹੈ ਉਹ ਬਿਮਾਰ ਹੋ ਗਈ, ਵੀ ਬਿਲਕੁਲ ਸਹੀ ਹੈ। ਕਮਲ ਗॉट ਵੈਰੀ ਸੈਡ। ਕਮਲ ਬਹੁਤ ਉਦਾਸ ਹੋਇਆ, ਇਹ ਵੀ ਬਿਲਕੁਲ ਸਹੀ ਹੈ। ਗੋਪੀ ਵਾਜ਼ ਵੈਰੀ ਹੈਪੀ ਫਾਰ ਹਿਜ਼ ਕਾਓ। ਹਾਂਜੀ, ਇੱਥੇ ਗਲਤ ਹੈ ਕਿਉਂਕਿ ਬੱਚੇ ਗੋਪੀ ਕੀ ਹੈ ਗਾਂ ਦਾ ਨਾਮ ਹੀ ਹੈ। ਇੱਥੇ ਵੀ ਕਾਓ ਵਾਸਤੇ ਖੁਸ਼ ਹੋਇਆ ਹੋ, ਇਸ ਕਰਕੇ ਜੇ ਤਾਂ ਕਮਲ ਹੁੰਦਾ ਫਿਰ ਤਾਂ ਠੀਕ ਸੀ, ਪਰ ਹੁਣ ਇਸ ਟਾਈਮ ਕੀ ਹੈ ਗੋਪੀ ਹੈ। ਗਾਂ ਕੀ ਆਪਣੇ ਗਾਂ ਦਾ ਨਾਮ ਹੀ ਗੋਪੀ ਹੈ, ਇਸ ਕਰਕੇ ਕੀ ਹੈ ਵੀ ਡੀ ਕੁਐਸਚਨ ਕੀ ਹੈ ਵੀ ਆਪਣਾ ਸਹੀ ਆਨਸਰ ਹੈ। ਇਹ ਇਨਕੋਰੈਕਟ ਹੈ, ਸੋ ਡੀ ਇਜ਼ ਆਵਰ ਆਨਸਰ। ਫੋਰਥ ਕੁਐਸਚਨ, ਚੂਜ਼ ਦ ਇਨਕੋਰੈਕਟ ਆਪਸ਼ਨ ਫਾਰ ਨਾਊਨ। ਹਾਂਜੀ, ਅਸੀਂ ਨਾਊਨ ਦੱਸਣਾ ਹੈ ਵੀ ਇਹਦੇ ਵਿੱਚ ਨਾਊਨ ਕਿਹੜਾ ਹੈ ਜਾਂ ਕਿਹੜਾ ਨਹੀਂ ਹੈ। ਹਾਊਸ ਵਿੱਚੋਂ ਘਰ, ਘਰ ਨਾਂ ਨੂੰ ਕੀ ਨੇ ਗੋ ਕੀ ਇੱਕ ਕੀ ਵਰਬ ਹੈ। ਠੀਕ ਹੈ, ਗੋ ਵੈਂਟ ਗੋਨ, ਇਸ ਕਰਕੇ ਕੀ ਨਾਊਨ ਨਹੀਂ ਹੈ। ਸਕੂਲ ਵੀ ਨਾਮ ਹੈ ਅਤੇ ਗ੍ਰਾਸ ਕੀ ਹੈ ਘਾਹ ਦਾ ਨਾਮ ਹੈ, ਇਸ ਕਰਕੇ ਗੋ ਕੀ ਹੈ ਵੀ ਔਰ ਆਨਸਰ ਬੀ ਆਪਸ਼ਨ ਸਹੀ ਆਨਸਰ ਹੈ। ਗੋ ਕੀ ਹੈ ਨਾउन नहीं है, इट इज़ नॉट ए नाउन, इट इज़ ए नाउन, इट इज़ ए वर्ब। फिफ्थ क्वेश्चन, चूज द प्लूरल ऑफ काओ। काओ ਦਾ ਬੱਚੋ ਕੀ ਹੁੰਦਾ ਕਾउज ਆਏਗਾ, ਬਿਲਕੁਲ ਸਹੀ ਹੈ। ਜੇ ਆਪਾਂ ਇਹਨੂੰ ਕਹਾਂਗੇ ਪਰ ਇੱਥੇ ES ਲੱਗਿਆ ਹੋਇਆ ਹੈ, ਆਪਾਂ ਇਹ ਬਿਲਕੁਲ ਗਲਤ ਹੈ। ਤੇ ਕਾਓ ਦੇ ਨਾਲ S ਲਗਾਵਾਂਗੇ ਪਲੂਰਲ ਦੇ ਲਈ ਕਾउज। ਠੀਕ ਹੈ, ਆਪਾਂ ਅੱਗੇ ਵਧਦੇ ਹਾਂ ਬੱਚੋ ਹਿੰਦੀ ਦੇ ਪੈਰੇ ਵੱਲ।
बड़ा अच्छे अच्छे पैरे दिते होंगे ने, सब ने ध्यान दे नाल पढ़ना। इस नाल साडी जिहड़ी रीडिंग स्किल है ਜਾਂ ਸਾਡੀ ਪੜ੍ਹਨ ਦੀ ਕੀ ਹੈ ਬਹੁਤ ਜ਼ਿਆਦਾ ਇੰਪਰੂਵਮੈਂਟ ਹੁੰਦੀ ਹੈ। ਤੁਸੀਂ ਸਿਰਫ ਉੱਤਰਾਂ ਵੱਲ ਧਿਆਨ ਨਾ ਦਿਓ ਪਲੀਜ਼, ਤੁਸੀਂ ਪੈਰਿਆਂ ਨੂੰ ਵੀ ਚੰਗੇ ਢੰਗ ਨਾਲ पढ़िया करो तो सुनिया करो। विषय हिंदी। चंडीगढ़ में रॉक गार्डन का निर्माण स्वर्गीय श्री नेकचंद सैनी ने किया। उन्होंने बेकार की चीज़ें जैसे फ्यूज हुई ट्यूब, लाइटों, टूटी हुई टाइलों, टूटी चूड़ियाँ, सड़ी हुई ईंटों, वृक्षों के तने, बोतलों के ढक्कनों, खराब प्लास्टिक, मिट्टी के बेकार फेंके घड़े तथा पुराने घिसे टायरों आदि से तरह तरह की भव्य कलाकृति का निर्माण किया। इस रॉक गार्डन को 3 भागों में बांटा गया है। पहले 2 भाग में गांव की संस्कृति झलकती है। सिर पर घड़े उठाए स्त्रियां, पीटी करते बच्चे आदि की कलाकृतियाँ यह बहुत ही मनोहर है। पशु पक्षियों जैसे हिरन, भालू, बिल्लियाँ, मोर आदि भी बड़े सजीव लगते हैं। रॉक गार्डन का तीसरा भाग भी बहुत बढ़िया बनाया गया है। यहाँ बने ओपन एयर थिएटर में समय समय पर सांस्कृतिक कार्यक्रम, फिल्मों की शूटिंग आदि भी होती है। जहाँ ही पास में बरामदे में लगे अद्भुत शीशे कमाल के हैं। इनमें अजीब सी शक्लें दिखती हैं, कभी व्यक्ति का छोटा, कभी लंबा, तो कभी भद्दा सा मोटे से नाक मुंह वाला चेहरा दिखाई देता है, तो अपने आप ही हंसी छूट जाती है। यह अनूठी जगह देखने लायक है। हाँ जी बच्चों, यहाँ रॉक गार्डन के बारे में बताया गया है जो चंडीगढ़ में है। हाँ जी, आगे प्रश्न देखो। प्रश्न पहला, गद्यांश में हमें क्या सीख मिलती है? हमें रॉक गार्डन देखने जाना चाहिए। चलो ये भी ठीक हो सकता है। हमें चीज़ों को तोड़कर कलाकृतियाँ बनानी चाहिए। बिल्कुल गलत है, तोड़कर कभी नहीं बनानी चाहिए। जो पुरानी टूटी फूटी हैं उनसे क्या भी दोबारा हम कोई नई चीज़ बना सकते हैं। तीसरा क्वेश्चन, हमें नेकचंद जी का धन्यवाद करना चाहिए। यह भी चलो हो सकता है। हाँ जी, आगे हमें बेकार चीज़ों से उपयोग चीज़ें कलाकृतियाँ बनाना चाहिए। ये चौथा आंसर है, बिल्कुल सही आंसर है। हमें बेकार चीज़ों से उपयोगी चीज़ें, उपयोग का मतलब है जो हमें दोबारा बर्तों में ले सकते हैं। ठीक है। दूसरा प्रश्न देखो, जैसे दिन से रात होता है वैसे ही सजीव से क्या होगा बच्चों? सजीव से होगा निर्जीव। ठीक है, सजीव जिसमें जान हो, निर्जीव जो जिसमें जान ना हो। दूसरा आंसर बिल्कुल सही है। प्रश्न तीसरा, हमें बेकार हुई चीज़ों को डैश चाहिए। फेंकना बिल्कुल गलत है। कबाड़ वाले को बेचना नहीं, किसी और रूप में उपयोग करना चाहिए। ठीक, बिल्कुल सही है, क्योंकि जो रॉक गार्डन है वो इन्हीं चीज़ों से, वस्तुओं से बना हुआ है। किसी और रूप में उपयोग करना चाहिए। तीसरा आंसर बिल्कुल सही आंसर है। प्रश्न पर का अर्थ खंप होता है। बच्चों जी ठीक नहीं लग रहा है मुझे। इसका एक और अर्थ क्या होगा? हाँ जी, अगर लेकिन, मुझे लगता है लेकिन होगा, पर और लेकिन। जहाँ पता नहीं लग रहा है खंप होता है क्या ठीक है या गलत है। मेरे मुताबिक सेकंड ऑप्शन की है भी बिल्कुल सही आंसर है। पांचवा प्रश्न देखो, रॉक गार्डन को कितने भागों में बांटा गया है? रॉक गार्डन को 3 भागों में बांटा गया है। सही उत्तर है भैया तीसरा। ਅੱਗੇ देखो बच्चों, विषय वातावरण आ गया साढ़े कोल, जिस तो ਅਸੀਂ बहुत कुछ सीखते हैं। पहला प्रश्न, ਦਿੱਤੀ सूची ਨੂੰ देखते हुए दसो कि ਕਿਹੜਾ फुल साढ़े खाने का हिस्सा नहीं है? गुलाब, देसी अक, ब्रोकली ते कचनार। ਇਹ फुੱਲ ने बच्चे, ने फुੱਲਾਂ ਦੀ ਵਰਤੋਂ ਹੈ। गुलाब शरबत ਲਈ ਬਣਦਾ ਹੈ, ਇਹ ਸਾਡੇ ਖਾਣੇ ਦੇ ਰੂਪ ਦੇ ਵਿੱਚ ਅਸੀਂ ਕਈ ਵਾਰ ਗੁਲਾਕੰਦ ਦੇ ਰੂਪ ਦੇ ਵਿੱਚ ਵੀ ਖਾਂਦੇ ਹਾਂ। ਤੇ कचनार की सब्जी बनती है, कचनार तो भी साढ़े खाने का रूप आ गया। देसी अक की है भी, तो दवाई बनती है। बच्चों ठीक है, दवाई साढ़े सारा का खाना नहीं है, क्योंकि कई बार बीमार ना हो तो बंदा इस चीज़ की जरूरत भी नहीं पैंदी। तो ब्रोकली की सलाद वजों खाधा जाता है, ये सही है। तो जो साडा देसी अक है ये साढ़े आम खाने के विच नहीं वरत्या जाता, इस करके देसी अक इसका उत्तर सही उत्तर है, दूसरा आंसर। हाँ जी, दूसरा प्रश्न देखो, तुसी एक अजिहे इलाके में रहंदे हो जिथे मीह बहुत घट पैंदा है, अजिहे विच तुसी की करना चाहोगे? नंबर 1, रुख लगाउण दी मुहिम शुरू करोगे। बिल्कुल सही है, रुख लगावांगे, क्योंकि रुख की है वरखा लियाउण दे विच बहुत सहाई हुंदे हन। रहائش बदल लवांगे, बिल्कुल गलत है। मीह पवाउण लई दान पुण्य शुरू कर देवांगे, ये भी बच्चों अंध विश्वास है। कदे भी दान पुण्य दे नाल मीह नहीं पैंदे।
ਇਹਨਾਂ ਵਿੱਚੋਂ ਕੁਝ ਵੀ ਨਹੀਂ ਕਰਾਂਗੇ, ਇਹ ਵੀ ਗਲਤ ਹੈ। ਤਾਂ ਪਹਿਲਾ ਉੱਤਰ ਬਿਲਕੁਲ ਸਹੀ ਹੈ, ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕਰਾਂਗੇ। ਤੀਸਰਾ ਪ੍ਰਸ਼ਨ ਦੇਖੋ ਬੱਚਿਓ, ਤੁਹਾਡੇ ਸਕੂਲ ਦੇ ਬਗੀਚੇ ਵਿੱਚ ਕੁਝ ਬੱਚੇ ਫੁੱਲ ਤੋੜ ਰਹੇ ਹਨ, ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਅਜਿਹੇ ਬੱਚਿਆਂ ਨਾਲ ਲੜਾਈ ਕਰਨੀ ਚਾਹੀਦੀ ਹੈ? ਬਿਲਕੁਲ ਨਹੀਂ। ਦੂਸਰਾ, ਉਹਨਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ, ਇਹ ਵੀ ਗਲਤ ਗੱਲ ਹੈ ਕਿਉਂਕਿ ਸਾਨੂੰ ਸਮਝਾਉਣਾ ਚਾਹੀਦਾ ਹੈ। ਤੀਸਰਾ, ਉਹਨਾਂ ਦਾ ਫੁੱਲ ਤੋੜਨ ਦਾ ਮੁਕਾਬਲਾ ਕਰਨਾ ਚਾਹੀਦਾ, ਬਿਲਕੁਲ ਗਲਤ ਹੈ। ਜੇ ਕੋਈ ਗਲਤ ਕੰਮ ਕਰ ਰਿਹਾ ਤਾਂ ਸਾਨੂੰ ਉਹਦੇ ਬਰਾਬਰ ਗਲਤ ਕੰਮ ਕਰਨਾ ਨਹੀਂ ਚਾਹੀਦਾ। ਚੌਥਾ, ਉਹਨਾਂ ਨੂੰ ਫੁੱਲਾਂ ਦਾ ਮਹੱਤਵ ਸਮਝਾ ਕੇ ਫੁੱਲ ਨਾ ਤੋੜਨ ਲਈ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਤਾਂ ਚੌਥਾ ਉੱਤਰ ਬਿਲਕੁਲ ਸਹੀ ਹੈ। ਉਹਨਾਂ ਨੂੰ ਦੱਸਾਂਗੇ ਵੀ ਸਾਨੂੰ ਫੁੱਲਾਂ ਨੂੰ ਤੋੜਨਾ ਨਹੀਂ ਚਾਹੀਦਾ ਕਿਉਂਕਿ ਫੁੱਲ ਕੀ ਹੈ ਵੀ ਦੇਖਣ ਦੇ ਵਿੱਚ ਸਾਰਿਆਂ ਨੂੰ ਸੁੰਦਰਤਾ ਕੀ ਕਰਦੇ ਨੇ ਵੀ ਸਾਨੂੰ ਸੁੰਦਰਤਾ ਆਲਾ ਦੁਆਲਾ ਕੀ ਕਰਦੇ ਨੇ ਸੁੰਦਰ ਦਿਖਾਈ ਦਿੰਦਾ ਹੈ। ਠੀਕ ਹੈ ਨਾ। ਜੇ ਫੁੱਲ ਤੋੜ ਲਵਾਂਗੇ ਤਾਂ ਥੋੜ੍ਹੇ ਟਾਈਮ ਵਿੱਚ ਮੁਰਝਾ ਜਾਵੇਗਾ ਅਤੇ ਇਸ ਕਰਕੇ ਸਾਨੂੰ ਫੁੱਲ ਤੋੜਨਾ ਨਹੀਂ ਚਾਹੀਦਾ। ਅੱਗੇ ਚੌਥਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਖੇਡ ਖੇਡਣ ਦੇ ਆਧਾਰ 'ਤੇ ਵੱਖਰੀ ਹੈ? ਕੈਰਮ ਬੋਰਡ ਬੱਚੋਂ ਅੰਦਰ ਖੇਡਿਆ ਜਾ ਸਕਦਾ ਹੈ। ਕਬੱਡੀ ਕੀ ਹੈ ਬਾਹਰ ਖੇਡੀ ਜਾਂਦੀ ਹੈ ਗਰਾਊਂਡ ਦੇ ਵਿੱਚ, ਖੁੱਲ੍ਹੇ ਗਰਾਊਂਡ ਦੇ ਵਿੱਚ। ਲੂਡੋ ਅਸੀਂ ਘਰ 'ਚ ਖੇਡ ਸਕਦੇ ਹਾਂ। ਸ਼ਤਰੰਜ ਕੀ ਹੈ ਅਸੀਂ ਘਰ 'ਚ ਖੇਡ ਸਕਦੇ ਹਾਂ। ਤਾਂ ਕੀ ਹੈ ਵੀ ਜਿਹੜੀ ਇਕੱਲੀ ਹੈ ਕਬੱਡੀ ਕੀ ਹੈ ਇਹਦੇ ਸਾਰੇ ਨਾਲ ਵੱਖਰੀ ਹੈ ਕਿਉਂਕਿ ਇਹ ਸਾਰੀਆਂ ਅੰਦਰੂਨੀ ਖੇਡਾਂ ਨੇ, ਭਾਵ ਅਸੀਂ ਘਰ 'ਚ ਖੇਡ ਸਕਦੇ ਹਾਂ ਅਤੇ ਕਬੱਡੀ ਸਾਨੂੰ ਬਾਹਰ ਖੇਡਣੀ ਪੈਂਦੀ ਹੈ ਗਰਾਊਂਡ ਦੇ ਵਿੱਚ। ਦੂਸਰਾ ਉੱਤਰ ਸਹੀ ਹੈ। ਅੱਗੇ ਪ੍ਰਸ਼ਨ ਪੰਜਵਾਂ ਬੱਚੋ, ਗਲਤ ਕਥਨ ਦੀ ਚੋਣ ਕਰੋ। ਅਦਰਕ ਤਣਾ ਹੈ, ਪਿਆਜ਼ ਤਣਾ ਹੈ, ਆਲੂ ਇੱਕ ਤਣਾ ਹੈ, ਗੋਭੀ ਇੱਕ ਫੁੱਲ ਹੈ। ਹਾਂਜੀ ਬੱਚੋ, ਗੋਭੀ ਇੱਕ ਫੁੱਲ ਹੈ, ਅਦਰਕ ਤਣਾ ਸਹੀ ਹੈ, ਆਲੂ ਵੀ ਇੱਕ ਤਣਾ ਹੈ। ਬੱਚੋ ਪਿਆਜ਼ ਨੂੰ ਅਸੀਂ ਤਣਾ ਵੀ ਕਹਿ ਸਕਦੇ ਹਾਂ ਅਤੇ ਜੜ ਵੀ ਕਹਿ ਸਕਦੇ ਹਾਂ। ਠੀਕ ਹੈ, ਇਸ ਕਰਕੇ ਸਾਡਾ ਜਿਹੜਾ ਸੈਕਿੰਡ ਉੱਤਰ ਹੈ ਪਿਆਜ਼ ਇੱਕ ਤਣਾ ਹੈ, ਇਹ ਕੀ ਹੈ ਗਲਤ ਹੈ। ਅਤੇ ਮੇਰੇ ਹਿਸਾਬ ਨਾਲ ਤੁਸੀਂ ਸਾਰੇ ਕੀ ਹੈ ਪ੍ਰਸ਼ਨਾਂ ਨੂੰ ਚੰਗੇ ਢੰਗ ਨਾਲ ਸਮਝੋਗੇ, ਸੁਣੋਗੇ ਅਤੇ ਹੱਲ ਕਰੋਗੇ ਅਤੇ ਪੂਰੀ ਦੀ ਪੂਰੀ ਵੀਡੀਓ ਦੇਖੋਗੇ, ਮੈਨੂੰ ਉਮੀਦ ਹੈ। ਚਲੋ ਬੱਚੋ ਮਿਲਦੇ ਹਾਂ ਫਿਰ ਕੱਲ੍ਹ ਆਪਾਂ। ਓਕੇ, ਬਾਏ, ਹੈਵ ਏ ਨਾਈਸ ਡੇ।